इस वीडियो ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ 25 ਅਕਤੂਬਰ ਨੂੰ ਹੋਏ ਜਮਾਤ 6ਵੀਂ ਵੀਕਲੀ ਰਿਵੀਜ਼ਨ ਕੁਇਜ਼ ਨੂੰ ਹੱਲ ਕਰਕੇ। ਵਿਭਿੰਨ ਵਿਸ਼ਾ ਅਧਿਆਪਕ ਸਾਹਿਬਾਨ ਦਾ ਵੀ ਇਸ ਵਿੱਚ ਯੋਗਦਾਨ ਹੈ, ਸੋ ਆਓ ਇਸ ਨੂੰ ਹੱਲ ਕਰੀਏ। ਦਸੰਬਰ ਵਿੱਚ ਸਰਦੀਆਂ ਦੀ ਛੁੱਟੀਆਂ ਵਿੱਚ ਫਾਸਟ ਫੂਡ ਕਾਰਨ ਰਾਹੁਲ ਦਾ ਭਾਰ 2.2 ਕਿਲੋਗ੍ਰਾਮ ਵਧਿਆ। ਫਿਰ ਉਸਨੇ ਜਨਵਰੀ ਵਿੱਚ ਡਾਈਟਿੰਗ ਕਰਕੇ 1.5 ਕਿਲੋਗ੍ਰਾਮ ਘਟਾ ਦਿੱਤਾ। ਫਿਰ ਫਰਵਰੀ ਵਿੱਚ ਉਸਨੇ ਭਾਰ 3.7 ਕਿਲੋਗ੍ਰਾਮ ਘਟਾਇਆ ਅਤੇ ਰਾਹੁਲ ਜਾਣਨਾ ਚਾਹੁੰਦਾ ਹੈ ਉਸਨੇ 3 ਮਹੀਨਿਆਂ ਦੇ ਦੌਰਾਨ ਕਿੰਨਾ ਭਾਰ ਘੱਟ ਕੀਤਾ। ਹੇਠ ਲਿਖਿਆਂ ਵਿੱਚੋਂ ਕਿਹੜੀ ਸਥਿਤੀ ਇਸ ਨਾਲ ਮੇਲ ਖਾਂਦੀ ਹੈ? ਸੋ ਇਸ ਦਾ ਉੱਤਰ ਹੈ 2.2 ਜਮਾ ਮਾਈਨਸ 1.5। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਮੁੱਲ ਪਤਾ ਕਰੋ। ਫਾਈਂਡ ਵੈਲਿਊ -2 + 7 + ਅੰਡਰ ਰੂਟ ਅੰਡਰ ਬ੍ਰੈਕਟ -4। ਇਹਦਾ ਮੁੱਲ ਪਤਾ ਕਰਨਾ ਹੈ ਇਸ ਦੇ ਵਿੱਚ। ਸੋ ਇਸ ਦਾ ਉੱਤਰ ਹੈ 1। ਅੱਗੇ ਚੱਲਦੇ ਹਾਂ ਇਸ ਤੋਂ ਅਗਲੇ ਪ੍ਰਸ਼ਨ ਤੇ। ਅੰਜਲੀ ਨੂੰ ਬੱਚਤ ਕਰਨ ਦੀ ਆਦਤ ਹੈ। ਉਸਨੇ ਪਿਛਲੇ 2 ਮਹੀਨਿਆਂ ਵਿੱਚ 60 ਰੁਪਏ ਦੀ ਬੱਚਤ ਕੀਤੀ। ਉਸਨੇ ਆਪਣੀ ਬੱਚਤ ਦਾ 5/6 ਹਿੱਸਾ ਦਾਨ ਕਰ ਦਿੱਤਾ। ਹੁਣ ਉਸਦੇ ਕੋਲ ਕਿੰਨੀ ਰਕਮ ਬਚੀ ਹੈ? 50 ਰੁਪਏ, 100, 10 ਰੁਪਏ, 20 ਰੁਪਏ ਜਾਂ 30 ਰੁਪਏ? ਸੋ ਇਸ ਦਾ ਉੱਤਰ ਹੈ 10 ਰੁਪਏ। ਅਗਲਾ ਪ੍ਰਸ਼ਨ। ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ? 4, 3, 1 ਜਾਂ 2? Which is the smallest prime number? 4, 3, 1 or 2? So the answer is 2. अगला प्रश्न। एक ਕਲਾਸ ਵਿੱਚ 72 ਮੁੰਡੇ ਅਤੇ 90 ਕੁੜੀਆਂ ਹਨ। ਗਣਿਤ ਦੇ ਮੁਕਾਬਲੇ 'ਚ ਅਧਿਆਪਕ ਮੁੰਡਿਆਂ ਅਤੇ ਕੁੜੀਆਂ ਦੀ ਵੱਖੋ ਵੱਖਰੀਆਂ ਟੀਮਾਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹਨ ਕਿ ਹਰੇਕ ਟੀਮ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਰਾਬਰ ਹੋਵੇ। ਅਜਿਹੀ ਇੱਕ ਟੀਮ ਵਿੱਚ ਵੱਧ ਤੋਂ ਵੱਧ ਕਿੰਨੇ ਵਿਦਿਆਰਥੀ ਹੋ ਸਕਦੇ ਹਨ? 6, 12, 18, 24? ਸੋ ਉੱਤਰ ਹੈ 18। ਅਗਲਾ ਪ੍ਰਸ਼ਨ। ਸਾਡੇ ਸਾਇੰਸ ਅਧਿਆਪਕ ਨੇ ਦੱਸਿਆ ਕਿ ਵਿਟਾਮਿਨ ਸੀ ਦੀ ਕਮੀ ਨਾਲ ਇੱਕ ਬਿਮਾਰੀ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਮਸੂੜਿਆਂ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਅਤੇ ਜ਼ਖਮ ਭਰਨ ਵਿੱਚ ਵੀ ਸਮਾਂ ਲੱਗਦਾ ਹੈ। ਉਹ ਬਿਮਾਰੀ ਕਿਹੜੀ ਹੈ? ਅੰਧਰਾਤਾ, ਬੇਰੀ-ਬੇਰੀ, ਸਕਰਵੀ ਜਾਂ ਰਿਕਟਸ? ਉਸ ਬਿਮਾਰੀ ਦਾ ਨਾਮ ਹੈ ਸਕਰਵੀ। ਅਗਲਾ ਪ੍ਰਸ਼ਨ। ਕੀ ਤੁਸੀਂ ਜਾਣਦੇ ਹੋ ਕਿ ਹਵਾ ਵਿੱਚ ਇੱਕ ਗੈਸ ਮੌਜੂਦ ਹੈ ਜੋ ਪੌਦਿਆਂ ਨੂੰ ਭੋਜਨ ਬਣਾਉਣ ਲਈ ਲੋੜੀਂਦੀ ਹੈ, ਪਰ ਜਦੋਂ ਉਸਦੀ ਥੋੜ੍ਹੀ ਜਿਹੀ ਮਾਤਰਾ ਹਵਾ ਵਿੱਚ ਵੱਧ ਜਾਵੇ ਤਾਂ ਹਵਾ ਪ੍ਰਦੂਸ਼ਕ ਦਾ ਕੰਮ ਕਰਦੀ ਹੈ? ਆਕਸੀਜਨ ਹੈ ਉਹ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਕਿਹੜੀ ਗੈਸ ਹੈ ਉਹ? ਸੋ ਉੱਤਰ ਹੈ ਕਾਰਬਨ ਡਾਈਆਕਸਾਈਡ। ਅਗਲਾ ਪ੍ਰਸ਼ਨ। ਅੱਜ ਟੈਲੀਵਿਜ਼ਨ 'ਤੇ ਖਬਰਾਂ ਵਿੱਚ ਰਮਨ ਨੇ ਸੁਣਿਆ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਆ ਗਏ ਹਨ ਜਿਨ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਹੈ। ਹੜ੍ਹਾਂ ਦੀ ਰੋਕਥਾਮ ਲਈ ਤੁਸੀਂ ਕੀ ਕਰ ਸਕਦੇ ਹੋ? ਲਗਾਤਾਰ ਖਬਰਾਂ ਨੂੰ ਸੁਣਨਾ, ਨਦੀਆਂ 'ਤੇ ਬੰਨ੍ਹ ਬਣਾਉਣਾ, ਰੁੱਖ ਲਗਾ ਕੇ, ਉਪਰੋਕਤ ਸਾਰੇ ਹੀ। ਇਹਨਾਂ ਵਿੱਚੋਂ ਕਿਹੜਾ ਉੱਤਰ ਹੋ ਸਕਦਾ ਹੈ? ਸੋ ਇਸ ਦਾ ਉੱਤਰ ਹੈ ਉਪਰੋਕਤ ਸਾਰੇ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ। ਸੰਜੀਵ ਨੇ ਅੱਜ ਆਪਣੀ ਮਾਤਾ ਜੀ ਨੂੰ ਦੱਸਿਆ ਕਿ ਘਰ ਵਿੱਚ ਵਰਤਿਆ ਖਾਣ ਵਾਲਾ ਨਮਕ ਸਮੁੰਦਰ ਦੇ ਪਾਣੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਸਮੁੰਦਰ ਦੇ ਪਾਣੀ ਵਿੱਚੋਂ ਨਮਕ ਨੂੰ ਵੱਖ ਕਰਨ ਲਈ ਇੱਕ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਧੀ ਦਾ ਨਾਮ ਕੀ ਹੈ? ਸੰਘਣਨ, ਤਲ ਛੱਟਣ, ਵਾਸ਼ਪਣ ਜਾਂ ਫਿਲਟਰ ਕਰਨਾ?
कंडेंसेशन, डिकेंटेशन, इवेपोरेशन या फिल्ट्रेशन। सो उसका नाम है वाष्पन। अगला प्रश्न, ਸਾਡੇ ਸਾਇੰਸ ਟੀਚਰ ਨੇ ਜਮਾਤ ਵਿੱਚ ਪੜ੍ਹਾਉਂਦੇ ਸਮੇਂ ਦੱਸਿਆ ਕਿ ਇੱਕ ਇਸ ਤਰ੍ਹਾਂ ਦਾ ਵਿਟਾਮਿਨ ਹੈ ਜਿਹੜਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ। ਉਹ ਕਿਹੜਾ ਵਿਟਾਮਿਨ ਹੈ? ਵਿਟਾਮਿਨ ਏ, ਵਿਟਾਮਿਨ ਬੀ, ਡੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਕੀ ਉੱਤਰ ਹੋਏਗਾ? ਇਸ ਦਾ ਉੱਤਰ ਹੈ ਵਿਟਾਮਿਨ ਡੀ। ਸੋ ਹੁਣ ਅੱਗੇ ਇਸ ਤੋਂ ਬਾਅਦ ਇੱਕ ਪੈਰਾ ਹੈ। ਸੋ ਇਸ ਪੈਰਾਗ੍ਰਾਫ ਨੂੰ ਪੜ੍ਹ ਕੇ ਇਸ ਦੇ ਆਧਾਰ 'ਤੇ ਅੱਗੇ 5 ਪ੍ਰਸ਼ਨ ਪੁੱਛੇ ਜਾਣਗੇ। ਸੋ ਉਹਨਾਂ ਦੇ ਉੱਤਰ ਦੇਣੇ ਨੇ। ਸੋ ਆਓ ਪਹਿਲਾਂ ਪੈਰੇ ਨੂੰ ਧਿਆਨ ਨਾਲ ਪੜ੍ਹੀਏ। ਰੀਡ ਦਾ ਡਾਇਲੋਗ ਗਿਵਨ ਬਿਲੋ and answer the question that follows. Rahul was the son of a poor village carpenter. One day Rahul went with his father to the forest to cut trees. After a long day's hard work, Rahul got tired and sat down on a log to take some rest. Suddenly, he heard a cry, "Help me, please." He stood up with a jerk and looked about, but there was no one there. "Please help," Rahul heard the voice again. This time, Rahul peeped into the hole in the log and saw a tiny fairy inside. Rahul at once put his hand inside the hole and picked up the fairy. The fairy thanked Rahul, saying, "Many years ago, a wicked witch had cursed me, and since then I have been trapped in this log. Thank you for saving me." ਸੋ ਇਹ ਪੈਰਾਗ੍ਰਾਫ ਸੀਗਾ। ਇਸ ਨੂੰ ਧਿਆਨ ਨਾਲ ਪੜ੍ਹ ਕੇ ਹੁਣ ਆਓ ਉੱਤਰ ਦਈਏ। What was Rahul's father? A rich villager, a mason, a woodcutter, a carpenter? What would be the answer of this question? Answer is a carpenter. Next question. Why did Rahul go to the forest with his father? To meet the fairy, to cut trees, to rest on the log, to catch the wicked witch? The answer is to cut trees. Next question. What did Rahul hear? What did Rahul hear? A cry, a loud shout, a scream, a buzzing sound? The answer is a cry. Next question. Who was trapped in the log? A tiny butterfly, a tiny fairy, a wicked witch, a frog? Who was trapped in the log? A tiny fairy is the answer of this question. Next question. Who cursed the fairy? Rahul, a poor villager, the log, a wicked witch. Who cursed the fairy? The answer is a wicked witch. हिंदी भाग। निम्नलिखित में से पूरे र पदेन वाले शब्द की पहचान करें। धर्म, गर्मी, कृत्रिम, अग्रसर। पूरे र पदेन वाले शब्द की पहचान। उत्तर है
अग्रसर। औ की मात्रा वाला शब्द छांटो। कुत्ता, भौंकता, गोबर, तैरना। कौन सा आंसर हो सकता है इसका? भौंकता। तुम्हारा बचपन अभी तक नहीं गया। इस वाक्य में बचपन किस प्रकार की संज्ञा है? व्यक्तिवाचक, जातिवाचक, भाववाचक। बचपन संज्ञा नहीं, विशेषण शब्द है। बताएं इसका उत्तर। भाववाचक। तो अगले प्रश्न की ओर चलते हैं। प्रेक्षम का विपरीत शब्द क्या होगा? कायर, लाख, तंदुरुस्त, आलस्य। प्रेक्षम का विपरीत शब्द क्या होगा? आलस्य। गाय का लिंग परिवर्तन करो। गांव, गाया, बैल, भैंस। गाय का लिंग परिवर्तन करो। और इसका उत्तर है बैल। अगले प्रश्न ਵੱਲ ਚੱਲਦੇ ਹਾਂ ਹੁਣ। ਪੰਜਾਬੀ ਭਾਗ। ਪਟਿਆਲਾ ਸ਼ਬਦ ਕਿਹੜਾ ਨਾਮ ਹੈ? ਵਸਤੂਵਾਚਕ ਨਾਮ, ਭਾਵਵਾਚਕ ਨਾਮ, ਖਾਸ ਨਾਮ ਜਾਂ ਆਮ ਨਾਮ? ਸੋ ਅਗਲੇ ਪ੍ਰਸ਼ਨ ਤੇ ਚਲੀਏ। ਬੂੜੇ ਨੂੰ ਹਰ ਵਕਤ ਕਿਸ ਦਾ ਡਰ ਰਹਿੰਦਾ ਸੀ? ਰੱਬ ਦਾ, ਮੌਤ ਦਾ, ਸੱਪ ਦਾ ਜਾਂ ਚੋਰ ਦਾ? ਮੌਤ ਦਾ ਡਰ ਰਹਿੰਦਾ ਸੀ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਖਿੱਤੋਂ ਸ਼ਬਦ ਤੋਂ ਕੀ ਭਾਵ ਹੈ? ਖੇਡ, ਮਾੜਾ, ਖੇਤ ਜਾਂ ਗੇਂਦ? ਖਿੱਦੋ ਸ਼ਬਦ ਤੋਂ ਕੀ ਭਾਵ ਹੈ? ਖੇਡ, ਮਾੜਾ, ਖੇਤ ਜਾਂ ਗੇਂਦ? ਉੱਤਰ ਹੈ ਗੇਂਦ। ਅਗਲਾ ਪ੍ਰਸ਼ਨ। ਅਪ੍ਰੈਲ ਮਹੀਨੇ ਵਿੱਚ ਕਿਹੜਾ ਮੇਲਾ ਲੱਗਦਾ ਹੈ? ਵਿਸਾਖੀ ਦਾ ਮੇਲਾ, ਲੋਹੜੀ ਦਾ ਮੇਲਾ, ਪੀਰ ਦਾ ਮੇਲਾ ਜਾਂ ਛਪਾਰ ਦਾ ਮੇਲਾ? ਅਪ੍ਰੈਲ ਮਹੀਨੇ ਵਿੱਚ ਕਿਹੜਾ ਮੇਲਾ ਲੱਗਦਾ ਹੈ? ਸੋ ਉੱਤਰ ਹੈ ਵਿਸਾਖੀ ਦਾ ਮੇਲਾ। ਸੋ ਅਗਲੇ ਪ੍ਰਸ਼ਨ ਵੱਲ ਚਲੀਏ। ਅਰਧ ਵਿਸਰਾਮ ਚਿੰਨ੍ਹ ਕਿਹੜਾ ਹੈ? ਸੋ ਇਹਨਾਂ ਵਿੱਚੋਂ ਪਛਾਣਨਾ ਹੈ ਕਿ ਅਰਧ ਵਿਸਰਾਮ ਚਿੰਨ੍ਹ ਕਿਹੜਾ ਹੈ। ਸੋ ਬਿੰਦੀ ਕੌਮਾ, ਇਸ ਨੂੰ ਅਰਧ ਵਿਸ਼ਰਾਮ ਚਿੰਨ੍ਹ ਕਹਿੰਦੇ ਹਨ। ਅਗਲੇ ਭਾਗ 'ਤੇ ਚੱਲਦੇ ਹਾਂ ਹੁਣ। ਬੱਚਿਓ, ਤੁਸੀਂ ਪਾਠ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ ਵਿੱਚ ਪੜ੍ਹ ਚੁੱਕੇ ਹੋ ਕਿ ਗ੍ਰਹਿਆਂ ਦੀ ਆਪਣੀ ਕੋਈ ਰੌਸ਼ਨੀ ਅਤੇ ਗਰਮੀ ਨਹੀਂ ਹੁੰਦੀ। ਇਹ ਸਾਰੇ ਆਪਣੀ ਰੌਸ਼ਨੀ ਅਤੇ ਗਰਮੀ ਕਿੱਥੋਂ ਪ੍ਰਾਪਤ ਕਰਦੇ ਹਨ? ਸੂਰਜ ਤੋਂ, ਧਰਤੀ ਤੋਂ, ਗਲੈਕਸੀਆਂ ਤੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਉੱਤਰ ਹੈ ਸੂਰਜ ਤੋਂ। ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਹੁਣ। ਅੱਗ ਦੀ ਕਾਢ ਹੋਣ ਪਿੱਛੋਂ ਮਨੁੱਖ ਨੇ ਭੋਜਨ ਕਈ ਢੰਗਾਂ ਨਾਲ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ। ਮਨੁੱਖੀ ਦਿਮਾਗ ਦੇ ਵਿਕਾਸ ਦੇ ਨਾਲ ਮਨੁੱਖੀ ਜ਼ਰੂਰਤਾਂ ਵੀ ਵੱਧਦੀਆਂ ਗਈਆਂ, ਜਿਸ ਕਾਰਨ ਕਈ ਨਵੇਂ ਧੰਦੇ ਹੋਂਦ ਵਿੱਚ ਆਏ। ਹੇਠ ਲਿਖਿਆਂ ਵਿੱਚੋਂ ਦੱਸੋ ਕਿ ਉਹ ਕਿਹੜੇ ਧੰਦੇ ਸਨ? ਤਰਖਾਣ, ਲੁਹਾਰ, ਵਪਾਰ ਜਾਂ ਉਪਰੋਕਤ ਸਾਰੇ ਹੀ?
ਸੋ ਇਸ ਦਾ ਉੱਤਰ ਹੈ ਉਪਰੋਕਤ ਸਾਰੇ ਹੀ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਆਪਣਾ ਇੱਕ ਚੱਕਰ 365 1/4 ਦਿਨਾਂ ਵਿੱਚ ਪੂਰਾ ਕਰਦੀ ਹੈ। ਇਸ ਤਰ੍ਹਾਂ ਅਸੀਂ ਚੌਥੇ ਸਾਲ ਵਿੱਚ ਇੱਕ ਦਿਨ ਵਧਾ ਦਿੰਦੇ ਹਾਂ। ਉਸ ਸਾਲ ਨੂੰ ਕੀ ਕਿਹਾ ਜਾਂਦਾ ਹੈ? ਪ੍ਰਕਾਸ਼ ਵਰ੍ਹਾ, ਅਰਧਗੋਲਾ, ਲੀਪ ਸਾਲ ਜਾਂ ਵਾਰਸ਼ਿਕ ਗਤੀ? ਸੋ ਕਿਹੜਾ ਉੱਤਰ ਹੈ ਇਸ ਦਾ? ਉੱਤਰ ਹੈ ਲੀਪ ਸਾਲ, ਲੀਪ ਈਅਰ। ਸੋ ਅਗਲਾ ਪ੍ਰਸ਼ਨ, ਰਿਗਵੇਦ ਵਿੱਚ ਸਿੰਧੂ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਸਰਸਵਤੀ, ਯਮੁਨਾ ਅਤੇ ਗੰਗਾ ਨਦੀਆਂ ਦਾ ਵਰਣਨ ਕੀਤਾ ਗਿਆ ਹੈ। ਤੁਸੀਂ ਇਹ ਦੱਸੋ ਕਿ ਵੈਦਿਕ ਕਾਲ ਵਿੱਚ ਇਹਨਾਂ ਵਿੱਚੋਂ ਕਿਹੜੀ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਸੀ? ਰਾਵੀ, ਸਤਲੁਜ, ਸਰਸਵਤੀ ਜਾਂ ਗੰਗਾ? ਵੈਦਿਕ ਕਾਲ ਵਿੱਚ ਕਿਹੜੀ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਸੀ? ਸੋ ਉੱਤਰ ਹੈ ਸਰਸਵਤੀ ਨਦੀ ਨੂੰ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। 21 ਜੂਨ ਨੂੰ ਜਦੋਂ ਸੂਰਜ ਕਰਕ ਰੇਖਾ 'ਤੇ ਸਿੱਧਾ ਚਮਕਦਾ ਹੈ ਤਾਂ ਇਸ ਦਿਨ ਕਰਕ ਰੇਖਾ ਦੇ ਇਲਾਕੇ ਵਿੱਚ ਦਿਨ ਦੀ ਲੰਬਾਈ ਸਭ ਤੋਂ ਵੱਧ ਅਤੇ ਰਾਤ ਛੋਟੀ ਹੁੰਦੀ ਹੈ। ਇਸ ਨੂੰ ਕੀ ਆਖਿਆ ਜਾਂਦਾ ਹੈ? ਊਸ਼ਣ ਅਯਨਾਂਤ, ਸ਼ੀਤ ਅਯਨਾਂਤ, ਬਸੰਤ ਵਿਸੁਵੀ, ਪਤਝੜ ਵਿਸੁਵੀ? ਸੋ ਕੀ ਹੈ ਇਸ ਦਾ ਉੱਤਰ? ਇਸ ਦਾ ਉੱਤਰ ਹੈ ਊਸ਼ਣ ਅਯਨਾਂਤ। ਸੋ ਇਹ ਸੀ 6ਵੀਂ ਜਮਾਤ ਦਾ ਹੱਲ ਕੀਤਾ ਹੋਇਆ ਕੁਇਜ਼। ਸੋ ਇਹੋ ਜਿਹੀਆਂ ਵੀਡੀਓ ਲੈ ਕੇ ਫਿਰ ਆਪ ਜੀ ਨਾਲ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ।